हेलो एवरीवन वेलकम टू करियर क्वेस्ट होपफुली तो सारे ਵਧੀਆ ਹੋਵੋਗੇ ਸੋ ਅੱਜ ਆਪਣਾ ਮਾਡਰਨ ਹਿਸਟਰੀ ਦਾ 20th ਲੈਕਚਰ ਹੈ 19 ਲੈਕਚਰ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਪੂਰੀ ਡਿਟੇਲ ਦੇ ਨਾਲ ਮਾਡਰਨ ਹਿਸਟਰੀ ਦੇ ਸੋ ਅੱਜ ਦੀ ਲੈਕਚਰ ਦੇ ਵਿੱਚ ਆਪਣਾ ਫੇਸ ਪਹੁੰਚ ਚੁੱਕਿਆ ਹੈ ਕਿ ਜਦੋਂ 1929 1928 ਵਾਲਾ ਸਮਾਂ ਸੀ ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ 1928 ਦੇ ਟਾਈਮ ਪੀਰੀਅਡ ਨੂੰ ਜਦੋਂ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਆਇਆ ਸੀ ਤੇ ਸਾਈਮਨ ਕਮਿਸ਼ਨ ਕਿਉਂ ਇੰਡੀਆ ਦੇ ਵਿੱਚ ਆਇਆ ਸੀ ਲੋਕਾਂ ਨੇ ਉਸ ਦਾ ਕਿਉਂ ਵਿਰੋਧ ਕੀਤਾ ਸੀ ਉਹ ਸਭ ਕੁਝ ਆਪਾਂ ਡਿਟੇਲ ਡਿਸਕਸ ਕੀਤੀ ਸੀ ਲਾਸਟ ਲੈਕਚਰ ਦੇ ਵਿੱਚ ਕਿ ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਕਨਸਟੀਟਿਊਸ਼ਨਲ ਰਿਫਾਰਮਸ ਕਰਨ ਦੇ ਲਈ ਆਇਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਤੇ ਲੋਕਾਂ ਨੇ ਉਸ ਦਾ ਵਿਰੋਧ ਇਸ ਕਰਕੇ ਕੀਤਾ ਸੀ ਕਿਉਂਕਿ ਉਹ ਇੱਕ ਕਮਿਸ਼ਨ ਬਣਾਇਆ ਗਿਆ ਸੀ ਇੰਡੀਆ ਦੀ ਕਨਸਟੀਟਿਊਸ਼ਨਲ ਰਿਫਾਰਮ ਕਰਨ ਦੇ ਲਈ ਬਟ ਉਸ ਦੇ ਵਿੱਚ ਜੋ ਮੈਂਬਰ ਸਨ ਸੱਤੋਂ ਦੇ ਸੱਤੋਂ ਮੈਂਬਰ ਹੀ 7 ਮੈਂਬਰਸ ਉਹਨਾਂ ਦੇ ਬ੍ਰਿਟਿਸ਼ਰ ਸਨ ਜਿਸ ਕਰਕੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ ਇੰਡੀਅਨਸ ਦਾ ਵਿਰੋਧ ਦੇਖਣ ਤੋਂ ਬਾਅਦ ਇੱਕ ਗਵਰਨਰ ਸੀ ਉੱਥੋਂ ਦਾ ਬ੍ਰਿਟਿਸ਼ਰਸ ਦਾ ਜਿਸ ਦਾ ਨਾਮ ਸੀ ਬ੍ਰਿਕਨਹੈਡ ਤੇ ਬ੍ਰਿਕਨਹੈਡ ਨੇ ਇੰਡੀਅਨਸ ਨੂੰ ਇੱਕ ਚੈਲੰਜ ਕੀਤਾ ਕਿ ਅਗਰ ਤੁਸੀਂ ਸਾਡੀਆਂ ਰਿਫਾਰਮਸ ਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ ਤੁਸੀਂ ਸਾਡੇ ਸਾਈਮਨ ਕਮਿਸ਼ਨ ਦੇ ਦੁਆਰਾ ਕੀਤੀਆਂ ਸੋਧਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਨਹੀਂ ਮੰਨਣਾ ਚਾਹੁੰਦੇ ਤਾਂ ਤੁਸੀਂ ਐਸਾ ਕੋਈ ਆਪਣਾ ਕਨਸਟੀਟਿਊਸ਼ਨ ਰਿਫਾਰਮਸ ਸਾਨੂੰ ਲਿਖ ਕੇ ਦਿਓ ਇੰਡੀਅਨਸ ਜਿਹਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਕਮਿਊਨਿਟੀਜ਼ ਜਿਵੇਂ ਫਾਰ ਐਗਜ਼ਾਮਪਲ ਆਪਾਂ ਲੈ ਲਓ ਸਿੱਖ ਹਿੰਦੂ ਮੁਸਲਿਮ ਕ੍ਰਿਸਚਨ ਆਪਣੀਆਂ ਸਾਰੀਆਂ ਕਮਿਊਨਿਟੀਜ਼ ਨੂੰ ਸੈਟੀਸਫਾਈ ਕਰਾ ਸਕੋ ਤੁਸੀਂ ਆਪਣਾ ਕੋਈ ਐਵੇਂ ਦਾ ਸਾਨੂੰ ਕਨਸਟੀਟਿਊਸ਼ਨ ਰਿਫਾਰਮਸ ਲਿਖ ਕੇ ਦੇ ਦਿਓ ਗਵਰਨਮੈਂਟ ਆਫ ਇੰਡੀਆ ਐਕਟ ਜਾਂ ਫਿਰ ਤੁਸੀਂ ਇਹ ਕਹਿ ਦਿਓ ਕਿ ਆਪਣਾ ਕੋਈ ਕਨਸਟੀਟਿਊਸ਼ਨ ਸਾਨੂੰ ਲਿਖ ਕੇ ਦੇ ਦਿਓ ਜਿਹਦੇ ਨਾਲ ਤੁਸੀਂ ਆਪਣੀਆਂ ਸਾਰੀਆਂ ਕਮਿਊਨਿਟੀਜ਼ ਨੂੰ ਐਗਰੀ ਕਰਵਾ ਸਕੋ ਤਾਂ ਉਹ ਬ੍ਰਿਕਨਹੈਡ ਦੇ ਉਸ ਚੈਲੰਜ ਨੂੰ ਐਕਸੈਪਟ ਕੀਤਾ ਗਿਆ ਇੰਡੀਅਨਸ ਦੀਆਂ ਡਿਫਰੈਂਟ ਪਾਰਟੀਆਂ ਵੱਲੋਂ ਸਭ ਤੋਂ ਪਹਿਲਾਂ ਉਸ ਨੂੰ ਐਕਸੈਪਟ ਕੀਤਾ ਨਹਿਰੂ ਮੋਤੀ ਲਾਲ ਨਹਿਰੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੋਤੀ ਲਾਲ ਨਹਿਰੂ ਫਾਦਰ ਆਫ ਜਵਾਹਰ ਲਾਲ ਨਹਿਰੂ ਜੀ ਨੇ ਉਸ ਚੈਲੰਜ ਨੂੰ ਬ੍ਰਿਕਨਹੈਡ ਦੇ ਉਸ ਚੈਲੰਜ ਨੂੰ ਐਕਸੈਪਟ ਕੀਤਾ ਤੇ ਉਸ ਚੈਲੰਜ ਦੇ ਬੇਸ ਦੇ ਉੱਤੇ ਉਹਨਾਂ ਨੇ ਇੱਕ ਕਨਸਟੀਟਿਊਸ਼ਨ ਰਿਫਾਰਮਸ ਲਿਖੀਆਂ ਜਿਸ ਨੂੰ ਕਿਹਾ ਜਾਂਦਾ ਹੈ ਨਹਿਰੂ ਰਿਪੋਰਟ ਤੇ ਇਹ ਨਹਿਰੂ ਰਿਪੋਰਟ ਕਦੋਂ ਆਈ ਸੀ 1928 ਦੇ ਵਿੱਚ ਆਈ ਸੀ ਬ੍ਰਿਕਨਹੈਡ ਦੇ ਚੈਲੰਜ ਤੋਂ ਬਾਅਦ ਸੋ ਆਪਾਂ ਦੇਖਾਂਗੇ ਕਿ ਉਸ ਨਹਿਰੂ ਰਿਪੋਰਟ ਦੇ ਵਿੱਚ ਕੀ ਮੰਗਾਂ ਕੀਤੀਆਂ ਗਈਆਂ ਸੀ ਕਿਸ ਤਰੀਕੇ ਦਾ ਕਨਸਟੀਟਿਊਸ਼ਨ ਫਾਰਮ ਕਰਨ ਦੀ ਗੱਲ ਕੀਤੀ ਗਈ ਸੀ ਮੋਤੀ ਲਾਲ ਨਹਿਰੂ ਜੀ ਦੇ ਦੁਆਰਾ ਅਗਰ ਮੋਟੀਆਂ ਡਿਮਾਂਡਸ ਦੇਖਿਆ ਜਾਣ ਤਾਂ ਇੱਕ ਤਾਂ ਨਹਿਰੂ ਜੀ ਨੇ ਕਿਹਾ ਸੀ ਕਿ ਸਾਨੂੰ ਡੋਮੇਨੀਅਨ ਸਟੇਟਸ ਚਾਹੀਦਾ ਇੰਡੀਆ ਨੂੰ ਇੱਕ ਇੰਡੀਆ ਦੇ ਵਿੱਚ ਜੋ ਰਿਲੀਜਨ ਹੈ ਉਹਦੇ ਲਈ ਕਿਸੇ ਤਰੀਕੇ ਦੀ ਕੋਈ ਰਿਸਟ੍ਰਿਕਸ਼ਨਸ ਨਹੀਂ ਹੋਣਗੀਆਂ ਸਭ ਨੂੰ ਆਪਣਾ ਧਰਮ ਮੰਨਣ ਦੀ ਪੂਰੀ ਆਜ਼ਾਦੀ ਦਿੱਤੀ ਜਾਏਗੀ ਤੇ ਜਿਹੜੀ ਰੈਸੀਡਿਊਰੀ ਪਾਵਰ ਹੈ ਉਹ ਕਿਸ ਦੇ ਕੋਲ ਹੋਏਗੀ ਸੈਂਟਰ ਦੇ ਕੋਲ ਹੋਏਗੀ ਤੇ ਬਾਈ ਕੈਮਰਲਿਜ਼ਮ ਹਾਊਸ ਚਾਹੀਦਾ ਸਾਨੂੰ ਪਾਰਲੀਮੈਂਟ ਦੇ ਵਿੱਚ ਸੋ ਇਹ ਮੋਟੀਆਂ ਡਿਮਾਂਡ ਸੀ ਜੋ ਨਹਿਰੂ ਜੀ ਵੱਲੋਂ ਮੋਤੀ ਲਾਲ ਨਹਿਰੂ ਵੱਲੋਂ ਨਹਿਰੂ ਰਿਪੋਰਟ ਦੇ ਵਿੱਚ ਦਰਜ ਕਰਵਾਈਆਂ ਗਈਆਂ ਸਨ ਸੋ ਇਹ ਡਿਮਾਂਡਸ ਲਿਖੀਆਂ ਸਭ ਤੋਂ ਪਹਿਲਾਂ ਲਿਖਿਆ ਹੈ ਕਿ ਨਹਿਰੂ ਰਿਪੋਰਟ ਦੇ ਵਿੱਚ ਮੋਤੀ ਲਾਲ ਨਹਿਰੂ ਜੀ ਵੱਲੋਂ ਸਭ ਤੋਂ ਪਹਿਲੀ ਡਿਮਾਂਡ ਰੱਖੀ ਗਈ ਸੀ ਡੋਮੇਨੀਅਨ ਸਟੇਟਸ ਦੀ ਕਿ ਸਾਨੂੰ ਕੰਟਰੀ ਦੇ ਵਿੱਚ ਡੋਮੇਨੀਅਨ ਸਟੇਟਸ ਚਾਹੀਦਾ ਸੈਕਿੰਡ ਜਿਹੜੀ ਜੋ ਗਵਰਨਮੈਂਟ ਹੋਏਗੀ ਉਹ ਫੈਡਰਲ ਫਾਰਮ ਆਫ ਗਵਰਨਮੈਂਟ ਹੋਏਗੀ ਫੈਡਰਲ ਫਾਰਮ ਮਤਲਬ ਸੈਂਟਰ ਤੇ ਸਟੇਟ ਦੇ ਵਿੱਚ ਉਹਨਾਂ ਦੀ ਪਾਵਰ ਦੀ ਵੰਡ ਹੋਣੀ ਚਾਹੀਦੀ ਹੈ ਬਟ ਜੋ ਰੈਸੀਡਿਊਰੀ ਪਾਵਰ ਹੈ ਉਹ ਕਿਸ ਕੋਲ ਹੋਏਗੀ ਸੈਂਟਰ ਕੋਲ ਹੋਏਗੀ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਟੇਟ ਦਾ ਕਿਸੇ ਤਰੀਕੇ ਦਾ ਕੋਈ ਧਰਮ ਨਹੀਂ ਹੋਏਗਾ ਕੰਟਰੀ ਦਾ ਇੰਡੀਆ ਦਾ ਕੋਈ ਧਰਮ ਨਹੀਂ ਹੋਏਗਾ ਸਭ ਨੂੰ ਆਪਣਾ ਧਰਮ ਮੰਨਣ ਦੀ ਪੂਰੀ ਆਜ਼ਾਦੀ ਹੋਏਗੀ ਜੋ ਹੁਣ ਸਾਡੇ ਪ੍ਰੀਐਮਬਲ ਦੇ ਵਿੱਚ ਵੀ ਵਰਡ ਨੂੰ ਐਡ ਕੀਤਾ ਗਿਆ ਸੀ ਸੈਕੂਲਰ ਵਰਡ ਠੀਕ ਹੈ ਜੀ ਕਿ ਸਾਡੀ ਕੰਟਰੀ ਕੀ ਹੈ ਇੱਕ ਸੈਕੂਲਰ ਕੰਟਰੀ ਹੈ ਇਸ ਤੋਂ ਇਲਾਵਾ ਕਹਿੰਦੇ ਸੈਪਰੇਟ ਇਲੈਕਟੋਰੇਟ ਫॉर ਮਾਈਨੋਰਿਟੀਜ਼ ਕਹਿੰਦੇ ਕਿਸੇ ਵੀ ਤਰੀਕੇ ਦਾ ਮਾਈਨੋਰਿਟੀਜ਼ ਨੂੰ ਸੈਪਰੇਟ ਇਲੈਕਟੋਰੇਟ ਨਹੀਂ ਦਿੱਤਾ ਜਾਏਗਾ ਇਸ ਨਾਲ ਕੀ ਹੋਏਗਾ ਕਿ ਇੰਡੀਆ ਦੇ ਵਿੱਚ ਯੂਨਿਟੀ ਨਹੀਂ ਰਹੇਗੀ ਅਗਰ ਤੁਸੀਂ ਸਭ ਨੂੰ ਆਪਣਾ ਸੈਪਰੇਟ ਇਲੈਕਟੋਰੇਟ ਦੇ ਰਹੇ ਹੋ ਤਾਂ ਉਹਦੇ ਨਾਲ ਇੰਡੀਆ ਦੇ ਵਿੱਚ ਯੂਨਿਟੀ ਹੀ ਨਹੀਂ ਰਹੇਗੀ ਸੋ ਉਹਨਾਂ ਨੇ ਕਿਹਾ ਕਿ ਇੰਡੀਅਨਸ ਦੀ ਮਾਈਨੋਰਿਟੀ ਸੈਕਸ਼ਨ ਨੂੰ ਕਿਸੇ ਨੂੰ ਵੀ ਸੈਪਰੇਟ ਇਲੈਕਟੋਰੇਟ ਨਹੀਂ ਦਿੱਤਾ ਜਾਏਗਾ ਹਾਂ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਕੀ ਦਿੱਤੀ ਜਾਏਗੀ ਰਿਜ਼ਰਵੇਸ਼ਨ ਰਾਖਵਾਂ ਕੋਟਾ ਜ਼ਰੂਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਕਹਿੰਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਰਿਜ਼ਰਵਡ ਸੀਟ ਨਹੀਂ ਰੱਖੀ ਜਾਏਗੀ ਮੁਸਲਿਮ ਕਮਿਊਨਿਟੀ ਦੇ ਲਈ ਬਸ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ 1/4 ਆਫ ਦਾ ਸੀਟਸ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹਿੰਦੀ ਨੂੰ ਅਫੀਸ਼ੀਅਲ ਲੈਂਗੁਏਜ ਬਣਾਇਆ ਜਾਏਗਾ
ਤੇ ਯੂਨੀਵਰਸਲ ਸਫਰੇਜ ਵਾਲਾ ਸਿਸਟਮ ਸਟਾਰਟ ਉਹ ਕੀਤਾ ਜਾਏਗਾ ਕਿ ਜਿੰਨੇ ਵੀ ਰਿਪਰੈਜ਼ੈਂਟੇਟਿਵਸ ਨੇ ਉਹ ਯੂਨੀਵਰਸਲ ਸਫਰੇਜ ਦੇ ਬੇਸਿਸ ਦੇ ਉੱਤੇ ਚੁਣੇ ਜਾਣਗੇ। ਇਸ ਤੋਂ ਇਲਾਵਾ ਵਿਮਨਸ ਤੇ ਮੈਨਸ ਦੇ ਲਈ ਜੋ ਇਕੁਅਲ ਅਧਿਕਾਰ, ਇਕੁਅਲ ਉਹਨਾਂ ਦੇ ਕੀ ਰੱਖੇ ਜਾਣਗੇ, ਰਾਈਟਸ ਰੱਖੇ ਜਾਣਗੇ। ਸੋ ਇਹ ਰਿਪੋਰਟ ਦਰਜ ਕਰਵਾਈ ਗਈ ਸੀ ਨਹਿਰੂ ਜੀ ਦੇ ਦੁਆਰਾ, ਮੋਤੀ ਲਾਲ ਨਹਿਰੂ। ਇਹ ਕੀ ਸੀ? ਕਨਸਟੀਟਿਊਸ਼ਨਲ ਰਿਫਾਰਮ ਸੀ ਜੋ ਇੱਕ ਮੋਤੀ ਲਾਲ ਨਹਿਰੂ ਨੇ ਇੱਕ ਬਣਾ ਕੇ ਫਾਰਮ ਕੀਤੀਆਂ ਸੀ ਕਿ ਇਸ ਤਰੀਕੇ ਦਾ ਸਾਨੂੰ ਕਨਸਟੀਟਿਊਸ਼ਨ ਚਾਹੀਦਾ। ਹੁਣ ਬ੍ਰਿਕਨ ਹੈਡ ਨੇ ਕੀ ਕਿਹਾ ਸੀ ਕਿ ਕੋਈ ਇਸ ਤਰੀਕੇ ਦਾ ਤੁਸੀਂ ਸਾਨੂੰ ਕਨਸਟੀਟਿਊਸ਼ਨ ਲਿਖ ਕੇ ਦੇ ਦਿਓ ਜਿਸ ਨਾਲ ਤੁਸੀਂ ਆਪਣੀਆਂ ਸਾਰੀਆਂ ਕਮਿਊਨਿਟੀਜ਼ ਨੂੰ ਐਗਰੀ ਕਰਵਾ ਸਕੋ। ਜਦੋਂ ਮੋਤੀ ਲਾਲ ਨਹਿਰੂ ਜੀ ਨੇ ਇਸ ਰਿਪੋਰਟ ਨੂੰ ਪੇਸ਼ ਕੀਤਾ ਤਾਂ ਜੋ ਮੁਸਲਿਮ ਲੀਗ ਸੀ ਉਹ ਇਸ ਰਿਪੋਰਟ ਦੇ ਨਾਲ ਐਗਰੀ ਨਹੀਂ ਕੀਤੀ, ਸਹਿਮਤ ਨਹੀਂ, ਉਹਨਾਂ ਨੇ ਆਪਣੀ ਸਹਿਮਤੀ ਨਹੀਂ ਜਤਾਈ। ਜਦੋਂ ਮੁਸਲਿਮ ਲੀਗ ਨੇ ਇਸ ਨੂੰ ਰਿਜੈਕਟ ਕੀਤਾ ਉਸ ਤੋਂ ਬਾਅਦ ਮੁਸਲਿਮ ਲੀਗ ਆਪਣੀਆਂ ਕਨਸਟੀਟਿਊਸ਼ਨਲ ਰਿਫਾਰਮਸ ਲੈ ਕੇ ਆਈ ਜਿਸ ਨੂੰ ਕਿਹਾ ਜਾਂਦਾ ਹੈ ਜਿਨਾ ਪੁਆਇੰਟ। ਮੁਹੰਮਦ ਅਲੀ ਜਿਨਾ ਦੇ 14 ਪੁਆਇੰਟ ਸੀ। ਸੋ ਉਹਨਾਂ ਨੇ 14 ਪੁਆਇੰਟਸ ਰੱਖੇ ਕਿ ਅਗਰ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਨਹੀਂ ਮੰਨ ਰਹੇ ਤਾਂ ਇਸ ਤਰੀਕੇ ਦਾ ਕੁਝ ਕਨਸਟੀਟਿਊਸ਼ਨ ਬਣਾਉਣ ਦੀ ਗੱਲ ਕੀਤੀ ਗਈ ਇੰਡੀਆ ਦੀ। ਸੋ ਆਪਾਂ ਦੇਖਾਂਗੇ ਕਿ ਮੁਹੰਮਦ ਅਲੀ ਜਿਨਾ ਦੇ 14 ਪੁਆਇੰਟ ਕਿਹੜੇ ਰਹੇ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ, ਕਹਿੰਦੇ ਬਾਈ ਨੈਸ਼ਨਲ ਸਟੇਟ ਵਿਦ ਲੂਜ਼ ਫੈਡਰੇਸ਼ਨ ਆਫ 5 ਮੁਸਲਿਮ ਐਂਡ 6 ਹਿੰਦੂ ਮੈਜੋਰਿਟੀ ਪ੍ਰੋਵਿੰਸਸ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੈਂਟਰ ਦੇ ਵਿੱਚ ਮੁਸਲਿਮਸ ਦੀ 1/3 ਰਿਪਰੈਜ਼ੈਂਟੇਸ਼ਨ ਹੋਏਗੀ। ਉਹ ਕਹਿੰਦੇ ਬੰਬੇ ਦੇ ਵਿੱਚੋਂ ਸਿੰਧ ਨੂੰ ਕੀ ਕਰ ਦਿੱਤਾ ਜਾਵੇ, ਅਲੱਗ ਕਰ ਦਿੱਤਾ ਜਾਵੇ। ਰੀਜ਼ਨ ਕੀ ਸੀ? ਕਿਉਂਕਿ ਸਿੰਧ ਦੇ ਵਿੱਚ ਮੈਜੋਰਿਟੀ ਸੀ ਕਿੰਨਾ ਦੀ? ਮੁਸਲਿਮਸ ਦੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਪ੍ਰੋਵਿੰਸਸ ਨੇ, ਪ੍ਰੋਵਿੰਸਸ ਕਿਸੇ ਸਟੇਟਸ ਨੂੰ ਪ੍ਰੋਵਿੰਸ਼ਨਲ ਕਿਹਾ ਜਾਂਦਾ ਸੀ, ਪ੍ਰੋਵਿੰਸਸ ਕਹਿੰਦੇ ਪ੍ਰੋਵਿੰਸਸ ਨੂੰ ਪੂਰੀ ਕੀ ਦੇ ਦਿਓ, ਆਟੋਨਮੀ ਦੇ ਦਿਓ, ਪੂਰੀ ਫਰੀडम ਦੇ ਦਿਓ। ਬਈ ਜੇ ਉਹ ਪ੍ਰੋਵਿੰਸਸ ਨੂੰ ਆਟੋਨਮੀ ਦੇ ਦਿੰਦੇ, ਤੁਸੀਂ ਸੋਚੋ ਅਗਰ ਸਟੇਟ ਨੂੰ ਪੂਰੀ ਆਜ਼ਾਦੀ ਆਪਣੇ ਲਾਅ ਬਣਾਉਣ ਦੀ, ਆਪਣੇ ਕਨਸਟੀਟਿਊਸ਼ਨ ਬਣਾਉਣ ਦੀ, ਤਾਂ ਇੰਡੀਆ ਇੱਕ ਦੇਸ਼ ਹੀ ਨਹੀਂ ਸੀ ਹੋਣਾ। ਇੰਡੀਆ ਦੇ ਵਿੱਚ ਯੂਨਿਟੀ ਤਾਂ ਕਿੱਥੇ ਹੀ ਹੁੰਦੀ, ਇੰਡੀਆ ਇੱਕ ਯੂਨਾਈਟ ਦੇਸ਼ ਨਹੀਂ ਸੀ ਹੋਣਾ ਕਿਉਂਕਿ ਹਰ ਸਟੇਟ ਨੇ ਕਹਿਣਾ ਸੀ ਕਿ ਮੈਂ ਆਪਣਾ ਅਲੱਗ ਤੋਂ ਕੀ ਬਣਾ ਕੇ ਬੈਠਣਾ ਹੈ, ਦੇਸ਼ ਬਣਾ ਕੇ ਬੈਠਣਾ ਹੈ, ਜੋ ਮੰਗ ਕੀਤੀ ਗਈ ਸੀ ਮੁਹੰਮਦ ਅਲੀ ਜਿਨਾ ਦੇ ਵੱਲੋਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਰੈਸੀਡਿਊਰੀ ਪਾਵਰ ਹੈ, ਜੋ ਨਹਿਰੂ ਜੀ ਨੇ ਕਿਹਾ ਸੀ ਕਿ ਰੈਸੀਡਿਊਰੀ ਪਾਵਰ ਕਿਹਦੇ ਕੋਲ ਹੋਏਗੀ, ਸੈਂਟਰ ਕੋਲ ਹੋਣੀ ਚਾਹੀਦੀ ਹੈ। ਔਨ ਦ ਅਦਰ ਹੈਂਡ ਮੁਹੰਮਦ ਅਲੀ ਜਿਨਾ ਨੇ ਕਿਹਾ ਕਿ ਜਿਹੜੀ ਰੈਸੀਡਿਊਰੀ ਪਾਵਰ ਹੈ ਉਹ ਪ੍ਰੋਵਿੰਸਸ ਕੋਲ ਹੋਣੀ ਚਾਹੀਦੀ ਹੈ, ਸਟੇਟ ਕੋਲ। ਦੈਟ ਮੀਨਸ ਸਟੇਟ ਦਾ ਜਦੋਂ ਦਿਲ ਕਰੇ ਕੀ ਬਣਾ ਲੇ, ਆਪਣਾ ਲਾਅ ਬਣਾ ਕੇ ਬੈਠ ਜੇ, ਜੋ ਗਲਤ ਗੱਲ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੀ ਕਿ ਸੈਪਰੇਟ ਇਲੈਕਟੋਰੇਟ ਦਾ ਅਧਿਕਾਰ ਦਿੱਤਾ ਜਾਵੇ ਮਾਈਨੋਰਿਟੀਜ਼ ਨੂੰ, ਜਿਹਦੇ ਲਈ ਆਪਣੇ ਮੋਤੀ ਲਾਲ ਨਹਿਰੂ ਜੀ ਨੇ ਕਿਹਾ ਸੀ ਕਿ ਨਾ ਦਿੱਤਾ ਜਾਵੇ। ਇਸ ਤੋਂ ਇਲਾਵਾ ਇਹਨਾਂ ਨੇ ਵੀ ਅਡਲਟ ਸਫਰੇਜ ਦੀ ਗੱਲ ਕੀਤੀ ਸੀ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਸੀ ਕਿ ਕਿਸੇ ਤਰੀਕੇ ਦਾ ਕੋਈ ਮਤਾ ਪਾਸ ਨਹੀਂ ਹੋਏਗਾ ਪਾਰਲੀਮੈਂਟ ਦੇ ਵਿੱਚ ਜਦੋਂ ਇੱਕ ਕੋਈ ਕਮਿਊਨਿਟੀ ਨਾ ਮੰਨੇ। ਸੋ ਇਹ ਤਾਂ ਗੱਲਾਂ ਵੈਲਿਡ ਹੀ ਨਹੀਂ ਸਨ ਲੱਗ ਰਹੀਆਂ ਜੋ ਮੁਹੰਮਦ ਅਲੀ ਜਿਨਾ ਵੱਲੋਂ ਕਹੀਆਂ ਜਾ ਰਹੀਆਂ ਸਨ। ਸੋ ਜਿਸ ਤਰੀਕੇ ਦੇ ਨਾਲ ਨਹਿਰੂ ਰਿਪੋਰਟ ਨੂੰ ਰਿਜੈਕਟ ਕੀਤਾ ਗਿਆ ਸੀ ਮੁਸਲਿਮ ਕਮਿਊਨਿਟੀ ਦੇ ਵੱਲੋਂ, ਉਸੇ ਤਰੀਕੇ ਦੇ ਨਾਲ ਜੋ ਮੁਹੰਮਦ ਅਲੀ ਜਿਨ੍ਹਾਂ ਨੇ ਆਪਣੀ ਰਿਪੋਰਟ ਸਬਮਿਟ ਕਰਵਾਈ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਲੋਂ। ਸੋ ਬ੍ਰਿਕਨ ਹੈਡ ਆਪਣੇ ਚੈਲੰਜ ਦੇ ਵਿੱਚ ਕੀ ਸੀ, ਜਿੱਤ ਗਿਆ ਸੀ। ਉਸਨੂੰ ਪਹਿਲਾਂ ਹੀ ਇਹ ਪਤਾ ਸੀ ਕਿ ਇੰਡੀਅਨਸ ਦੇ ਵਿੱਚ ਕਦੇ ਯੂਨਿਟੀ ਨਹੀਂ ਹੋ ਸਕਦੀ, ਉਹ ਇਕੱਠੇ ਤਾਂ ਕਦੇ ਹੋ ਹੀ ਨਹੀਂ ਸਕਦੇ। ਸੋ ਤਾਂ ਉਹ ਐਸੇ ਕਨਸਟੀਟਿਊਸ਼ਨ ਬਣਾਉਣ ਦੇ ਵਿੱਚ ਕਦੇ ਕਾਮਯਾਬ ਹੀ ਨਹੀਂ ਹੋਣਗੇ ਜਿਹਦੇ ਨਾਲ ਉਹ ਆਪਣੀਆਂ ਸਾਰੀਆਂ ਕਮਿਊਨਿਟੀਜ਼ ਨੂੰ ਐਗਰੀ ਕਰਵਾ ਸਕਣ। ਜਿਸ ਕਰਕੇ ਹੁੰਦਾ ਕਿ ਐਟ ਦ ਐਂਡ ਬ੍ਰਿਕਨ ਹੈਡ ਆਪਣੇ ਚੈਲੰਜ ਦੇ ਵਿੱਚ ਜਿੱਤ ਜਾਂਦਾ ਤੇ ਸਾਈਮਨ ਕਮਿਸ਼ਨ ਦੇ ਵੱਲੋਂ ਕੀਤੀਆਂ ਗਈਆਂ ਕਨਸਟੀਟਿਊਸ਼ਨਲ ਰਿਫਾਰਮਸ ਨੂੰ ਹੀ ਕੀ ਕਰਨਾ ਪੈਂਦਾ, ਐਕਸੈਪਟ ਕਰਨਾ ਪੈਂਦਾ, ਮੰਨਣਾ ਪੈਂਦਾ। ਗਾਂਧੀ ਜੀ ਨੇ ਕਿਹਾ ਸੀ ਕਿ ਅਗਰ ਤੁਸੀਂ 31 ਦਸੰਬਰ 1929 ਤੱਕ ਨਹਿਰੂ ਰਿਪੋਰਟ ਨੂੰ ਐਕਸੈਪਟ ਨਹੀਂ ਕਰਦੇ, ਈਵਨ ਕਿ ਨਹਿਰੂ ਰਿਪੋਰਟ ਦੇ ਵਿੱਚ ਜੋ ਡੋਮੇਨੀਅਨ ਸਟੇਟਸ ਦੀ ਮੰਗ ਮੋਤੀ ਲਾਲ ਨਹਿਰੂ ਜੀ ਵੱਲੋਂ ਕੀਤੀ ਗਈ ਸੀ, ਉਸ ਮੰਗ ਦੇ ਨਾਲ ਈਵਨ ਕੁਝ ਇੰਡੀਅਨ ਨੈਸ਼ਨਲ ਕਾਂਗਰਸ ਦੇ ਯੰਗੈਸਟ ਲੀਡਰ ਜਿਵੇਂ ਜਵਾਹਰ ਲਾਲ ਨਹਿਰੂ ਹੋ ਗਏ ਜਾਂ ਸੁਭਾਸ਼ ਚੰਦਰ ਬੋਸ ਜੀ, ਉਹ ਵੀ ਸਹਿਮਤ ਨਹੀਂ ਸਨ। ਉਹ ਕਹਿੰਦੇ ਸੀ ਕਿ ਹੁਣ ਤਾਂ ਸਾਨੂੰ ਪੂਰਨ ਸਵਰਾਜ ਦੀ ਮੰਗ ਕਰਨੀ ਚਾਹੀਦੀ ਹੈ, ਹੁਣ ਅਸੀਂ ਡੋਮੇਨੀਅਨ ਸਟੇਟਸ ਦੀ ਕਿਉਂ ਮੰਗ ਕਰੀਏ। ਬਟ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਾਂਧੀ ਜੀ ਨੇ ਉਹਨਾਂ ਨੂੰ ਕਨਵਿੰਸ ਕੀਤਾ ਸੀ ਤੇ ਐਟ ਦ ਐਂਡ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਾਂ ਇਸ ਡਿਮਾਂਡ ਨੂੰ ਹੀ ਪੂਰਾ ਕਰਵਾਉਂਦੇ ਹਾਂ।
ਬਟ ਐਟ ਦ ਐਂਡ ਕੀ ਹੁੰਦਾ ਹੈ ਕਿ 31 ਦਸੰਬਰ 1929 ਤੱਕ ਨਹਿਰੂ ਰਿਪੋਰਟ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ, ਜਿਸ ਕਰਕੇ ਲਾਹੌਰ ਦਾ ਸੈਸ਼ਨ ਹੋਇਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦਾ 1929 ਦਸੰਬਰ ਦੇ ਵਿੱਚ, ਜਿੱਥੇ ਕਿਹਾ ਸੀ ਕਿ ਅਸੀਂ ਪੂਰਨ ਸਵਰਾਜ ਦੀ ਮੰਗ ਕਰ ਰਹੇ ਹਾਂ। ਤੇ ਇਸ ਤੋਂ ਇਲਾਵਾ ਉਹਨਾਂ ਨੇ 26 ਜਨਵਰੀ 1950 ਵਾਲਾ ਦਿਨ ਰੱਖਿਆ ਸੀ ਕਿ ਇਸ ਦਿਨ ਅਸੀਂ ਆਪਣੇ ਦੇਸ਼ ਦਾ ਝੰਡਾ ਲਹਿਰਾਵਾਂਗੇ ਤੇ ਪੂਰਨ ਸਵਰਾਜ ਦੀ ਕੀ ਕਰਾਂਗੇ, ਆਪਣੇ ਆਪ ਨੂੰ ਘੋਸ਼ਿਤ ਕਰਾਂਗੇ। ਸੋ ਇਹ ਸੀ 26 ਜਨਵਰੀ ਦੀ ਮਹੱਤਤਾ। ਸੋ ਨੈਕਸਟ ਇਸੇ ਟਾਈਮ ਸ਼ੁਰੂ ਹੋ ਜਾਂਦਾ ਹੈ ਸੈਕੰਡ ਫੇਜ਼ ਆਫ ਰੈਵੋਲੂਸ਼ਨਰੀਜ਼। ਰੈਵੋਲੂਸ਼ਨਰੀਜ਼ ਬਾਰੇ ਆਪਾਂ ਪਹਿਲਾਂ ਵੀ ਪੜਿਆ ਸੀ, ਜਿਵੇਂ ਰਾਸ਼ ਬਿਹਾਰੀ ਬੋਸ ਜੀ ਵਗੈਰਾ ਬਾਰੇ। ਸੋ ਹੁਣ ਸੈਕੰਡ ਫੇਜ਼ ਸਟਾਰਟ ਹੁੰਦਾ ਹੈ ਰੈਵੋਲੂਸ਼ਨਰੀਜ਼ ਦਾ 1924 1925 ਦੇ ਵਿੱਚ। ਰੈਵੋਲੂਸ਼ਨਰੀਜ਼ ਆਰਗੇਨਾਈਜੇਸ਼ਨ ਬਣਨੀਆਂ ਸਟਾਰਟ ਹੁੰਦੀਆਂ ਤੇ ਡਿਫਰੈਂਟ ਮੂਵਮੈਂਟਸ ਹੋਣੀਆਂ ਸਟਾਰਟ ਹੁੰਦੀਆਂ ਰੈਵੋਲੂਸ਼ਨਰੀ ਫੇਜ਼ ਦੇ ਅੰਦਰ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਹਿਲੀ ਰੈਵੋਲੂਸ਼ਨਰੀ ਸੈਕੰਡ ਫੇਜ਼ ਦੀ ਪਹਿਲੀ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਬਣੀ ਸੀ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਨਾਲ ਬਹੁਤ ਹੀ ਇੱਕ ਮਹੱਤਵਪੂਰਨ ਜਾਂ ਤੁਸੀਂ ਕਹਿ ਲਓ ਬਹੁਤ ਇੰਪੋਰਟੈਂਟ ਪ੍ਰੋਮੀਨੈਂਟ ਲੀਡਰ ਜੁੜੇ ਹੋਏ ਸਨ। ਸੋ ਇਹ ਇੱਕ ਜੋ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਹੈ ਇਹ 1924 ਦੇ ਵਿੱਚ ਬਣੀ ਸੀ ਤੇ ਇੱਕ ਕੀ ਸੀ, ਇਹ ਇੱਕ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਸੀ। ਹੁੰਦਾ ਕੀ ਹੈ, ਕਹਿੰਦੇ ਦ ਸਸਪੈਂਸ਼ਨ ਆਫ ਦ ਨਾਨ ਕੋਆਪਰੇਸ਼ਨ ਮੂਵਮੈਂਟ ਇਨ 1922 ਬਾਈ ਗਾਂਧੀ ਆਜ਼ਾਦ ਜੁਆਇਨਡ ਦ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ। ਜਦੋਂ ਗਾਂਧੀ ਜੀ ਨੇ 1921 ਦੇ ਵਿੱਚ ਚਲਾਈ ਗਈ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਫੈਬਰੂਅਰੀ 1922 ਦੇ ਵਿੱਚ ਸਸਪੈਂਡ ਕਰਤਾ ਸੀ, ਉਸ ਨੂੰ ਵਾਪਿਸ ਲੈ ਲਿਆ ਸੀ, ਵਿਡਰਾ ਕਰ ਲਿਆ ਸੀ। ਉਸ ਤੋਂ ਬਾਅਦ ਕੀ ਹੋਇਆ, ਕੁਝ ਪ੍ਰੋ ਚੇਂਜਰ ਸਨ ਜੋ ਗਾਂਧੀ ਜੀ ਨੂੰ ਇਨਸਿਸਟ ਕਰਦੇ ਸੀ ਕਿ ਉਹ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਵਾਪਿਸ ਨਾ ਲੈਣ, ਠੀਕ ਹੈ, ਕਿ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਚੱਲਦੇ ਰਹਿਣ। ਬਟ ਡਿਊ ਟੂ ਚੌਰੀ ਚੌਰਾ ਕੇਸ ਸਾਡੇ ਮਹਾਤਮਾ ਗਾਂਧੀ ਨੇ ਉਸ ਨਾਨ ਕੋਆਪਰੇਸ਼ਨ ਮੂਵਮੈਂਟ ਨੂੰ ਵਾਪਿਸ ਲੈ ਲਿਆ ਸੀ, ਜਿਸ ਕਰਕੇ ਕੁਝ ਪ੍ਰੋ ਚੇਂਜਰਸ ਨੇ ਆਪਣੀ ਪਾਰਟੀਜ਼ ਵੀ ਬਣਾ ਲਈਆਂ ਸੀ, ਜਿਵੇਂ ਮੋਤੀ ਲਾਲ ਨਹਿਰੂ ਤੇ CR ਦਾਸ ਜੀ ਨੇ 1923 ਦੇ ਵਿੱਚ ਸਵਰਾਜਿਸਟ ਪਾਰਟੀ ਬਣਾ ਲਈ ਸੀ। ਉਸੇ ਤਰੀਕੇ ਦੇ ਨਾਲ ਰੈਵੋਲੂਸ਼ਨਰੀਜ਼ ਨੇ ਇਹ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣਾਈ ਸੀ 1924 ਦੇ ਵਿੱਚ। ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਾਸ ਅ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਹੈ। 1924 ਦੇ ਵਿੱਚ ਇਹ ਬਣੀ ਸੀ, ਬੰਗਾਲ ਦੇ ਵਿੱਚ ਇਹ ਬਣੀ ਸੀ ਤੇ ਇਹਦੇ ਨਾਲ ਜੁੜੇ ਹੋਏ ਸੀ ਸਚਿਨਨਾਥ ਸਨਿਆਲ, ਨਰਿੰਦਰ ਮੋਹਨ ਸੇਨ ਤੇ ਪਤੂਲ ਗਾਂਗੁਲੀ। ਬਟ ਇਸ ਤੋਂ ਇਲਾਵਾ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਮੈਂਬਰ ਨੇ ਉਹ ਨੇ ਜੀ ਸਾਡੇ ਸ਼ਹੀਦ ਭਗਤ ਸਿੰਘ ਜੀ, ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਮ ਪ੍ਰਸਾਦ ਬਿਸਮਿਲ, ਰੋਸ਼ਨ ਸਿੰਘ, ਅਸਫਕੁੱਲਾ ਖਾਨ ਤੇ ਰਜਿੰਦਰ ਲਾਹੌਰੀ। ਸੋ ਕੁਝ ਕੁ ਤੁਸੀਂ ਨਾਮ ਜਿਵੇਂ ਚੰਦਰ ਸ਼ੇਖਰ ਆਜ਼ਾਦ, ਰਜਿੰਦਰ ਲਾਹੌਰੀ, ਰੋਸ਼ਨ ਸਿੰਘ, ਅਸਫਕੁੱਲਾ ਖਾਨ, ਰਾਮ ਪ੍ਰਸਾਦ ਬਿਸਮਿਲ, ਇਹ ਸਾਰੇ ਨਾਮ ਤੁਸੀਂ ਨੈਕਸਟ ਕੇਸ ਦੇ ਵਿੱਚ ਪੜੋਗੇ, ਕਕੌਰੀ ਕੌਨਸਪੀਰੇਸੀ ਕੇਸ। ਉਹ ਵੀ ਜੋ ਕਕੌਰੀ ਕੌਨਸਪੀਰੇਸੀ ਕੇਸ ਹੋਇਆ ਸੀ ਇਹ ਵੀ ਇੱਕ ਰੈਵੋਲੂਸ਼ਨਰੀ ਦੇ ਵੱਲੋਂ ਹੀ ਕੀਤਾ ਗਿਆ ਸੀ। ਸੋ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਜੋ ਕਿ ਸੀ ਇੱਕ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਸੀ, ਉਸ ਦੇ ਅੰਡਰ ਹੀ ਇੱਕ ਇੰਪੋਰਟੈਂਟ ਕੇਸ ਹੁੰਦਾ ਹੈ ਕਕੌਰੀ ਕੌਨਸਪੀਰੇਸੀ ਕੇਸ। ਹੁਣ ਇਹ ਕਕੌਰੀ ਕੌਨਸਪੀਰੇਸੀ ਕੇਸ ਹੈ ਕੀ ਸੀ, ਇਹਦੇ ਵਿੱਚ ਕੀ ਕੀਤਾ ਗਿਆ ਸੀ, ਕਕੌਰੀ ਦੇ ਵਿੱਚ ਇੱਕ ਟ੍ਰੇਨ ਦੀ ਡਕੈਤੀ ਕੀਤੀ ਗਈ ਸੀ, ਟ੍ਰੇਨ ਨੂੰ ਲੁੱਟਿਆ ਗਿਆ ਸੀ। ਉਹ ਟ੍ਰੇਨ, ਉਹ ਰੇਲ ਜਿਸ ਦੇ ਵਿੱਚ ਬ੍ਰਿਟਿਸ਼ਰਸ ਇੰਡੀਆ ਦਾ ਪੈਸਾ ਲੈ ਕੇ ਐਕਸਪੋਰਟ ਕਰਨ ਦੇ ਲਈ ਲੈ ਕੇ ਜਾ ਰਹੇ ਸਨ, ਜਿਸ ਦੇ ਉੱਤੇ ਰੈਵੋਲੂਸ਼ਨਰੀਜ਼ ਨੇ ਮਿਲ ਕੇ ਹਮਲਾ ਬੋਲਿਆ ਤੇ ਉਸ ਟ੍ਰੇਨ ਨੂੰ ਕੀ ਸੀ, ਲੁੱਟ ਲਿਆ ਗਿਆ। ਸੋ ਇਹ ਘਟਨਾ ਹੋਈ ਸੀ 1925 ਦੇ ਵਿੱਚ, ਜਿਸ ਦੇ ਵਿੱਚ ਕੁਝ ਪ੍ਰੋਮੀਨੈਂਟ ਰੈਵੋਲੂਸ਼ਨਰੀ ਲੀਡਰਸ ਜਿਨ੍ਹਾਂ ਦੇ ਨਾਮ ਨੇ ਰਾਮ ਪ੍ਰਸਾਦ ਬਿਸਮਿਲ, ਰੋਸ਼ਨ ਸਿੰਘ, ਰਜਿੰਦਰ ਲਾਹੌਰੀ, ਅਸਫਕੁੱਲਾ ਖਾਨ, ਇਹਨਾਂ ਨੂੰ ਕੀ ਕਰ ਲਿਆ ਗਿਆ, ਅਰੈਸਟ ਕਰ ਲਿਆ ਗਿਆ ਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਬਟ ਜੋ ਚੰਦਰ ਸ਼ੇਖਰ ਆਜ਼ਾਦ ਸਨ ਉਹ ਵੀ ਇਸ ਕੇਸ ਦੇ ਨਾਲ ਰਿਲੇਟ ਕਰਦੇ ਸਨ, ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ, ਬਟ ਉਹ escape ਹੋਣ ਦੇ ਵਿੱਚ ਕੀ ਹੋ ਗਏ ਸਨ, ਕਾਮਯਾਬ ਹੋ ਗਏ ਸਨ। ਸੋ ਇੱਕ ਕਕੌਰੀ ਕੌਨਸਪੀਰੇਸੀ ਜੋ ਕੇਸ ਹੋਇਆ ਸੀ ਕਿਸ ਆਰਗੇਨਾਈਜੇਸ਼ਨ ਦੇ ਅੰਡਰ ਹੋਇਆ ਸੀ, ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਅੰਡਰ ਹੋਇਆ ਸੀ। ਜਦੋਂ ਕਹਿੰਦੇ when MN Roy and other tried to organize a communist party in India, ਕਹਿੰਦੇ ਜਦੋਂ MN Roy ਤੇ ਹੋਰ ਕਈ ਲੀਡਰਸ ਨੇ, ਪਰਸਨੈਲਿਟੀਜ਼ ਨੇ ਕਮਿਊਨਿਸਟ ਪਾਰਟੀ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਇੰਡੀਆ ਦੇ ਵਿੱਚ, ਉਸ ਸਮੇਂ ਮੈਨੀ ਕਮਿਊਨਿਸਟ ਲੀਡਰਸ ਨੂੰ ਜਿਵੇਂ ਕਿ ਮੁਜ਼ੱਫਰ ਅਹਿਮਦ, ਐਸੇ ਡਾਂਗੇ, ਉਹਨਾਂ ਨੂੰ ਕੀ ਕਰ ਲਿਆ ਗਿਆ ਸੀ, ਅਰੈਸਟ ਕਰ ਲਿਆ ਗਿਆ ਸੀ ਤੇ
ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਲੰਬੇ ਸਮੇਂ ਦੇ ਲਈ। ਇਸ ਨੂੰ ਕਾਨਪੁਰ ਕਨਸਪੀਰੇਸੀ ਕੇਸ ਕਿਹਾ ਜਾਂਦਾ ਹੈ, ਜੋ 1921 ਦੇ ਵਿੱਚ ਹੋਈ ਸੀ। ਇਸ ਤੋਂ ਇਲਾਵਾ in 1925 government arrested several communist leaders including Muzaffar Ahmad Dange, PC Joshi and to British communities। ਸੋ ਇਹਨਾਂ ਨੂੰ ਮੇਰਠ ਕਨਸਪੀਰੇਸੀ ਦੇ ਵਿੱਚ 1929 ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਈਮਨ ਕਮਿਸ਼ਨ ਦੇ ਵਿੱਚ ਕੀ ਹੋਇਆ ਸੀ, ਜਦੋਂ ਸਾਈਮਨ ਕਮਿਸ਼ਨ 1928 ਦੇ ਵਿੱਚ ਇੰਡੀਆ ਦੇ ਵਿੱਚ ਆਇਆ ਸੀ। ਸਭ ਨੂੰ ਪਤਾ ਹੈ ਕਿ ਸਾਈਮਨ ਕਮਿਸ਼ਨ ਦਾ ਪੂਰੀ ਇੰਡੀਆ ਦੇ ਵਿੱਚ ਕੀ ਕੀਤਾ ਗਿਆ ਸੀ, ਵਿਰੋਧ ਕੀਤਾ ਗਿਆ ਸੀ। ਜਿਸ ਇੱਕ ਜਗ੍ਹਾ ਵਿਰੋਧ ਹੋ ਰਿਹਾ ਸੀ ਜਿੱਥੇ ਲਾਠੀ ਚਾਰਜ ਦਾ ਹੁਕਮ ਦੇ ਦਿੱਤਾ ਗਿਆ ਸੀ ਏਸੀਪੀ ਕਿਹਦੇ ਵੱਲੋਂ, ਸਾਂਡਰਸ ਵੱਲੋਂ। ਠੀਕ ਹੈ, ਏਐਸਪੀ ਸਾਂਡਰਸ ਵੱਲੋਂ ਹੁਕਮ ਦੇ ਦਿੱਤਾ ਗਿਆ ਸੀ ਲਾਠੀ ਚਾਰਜ ਦਾ 1928 ਦੇ ਵਿੱਚ। ਜਿਸ ਲਾਠੀ ਚਾਰਜ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਅਕਤੂਬਰ ਦੇ ਵਿੱਚ ਇੰਜਰ ਹੋ ਜਾਂਦੇ ਨੇ, ਜ਼ਖਮੀ ਹੋ ਜਾਂਦੇ ਨੇ ਤੇ ਨਵੰਬਰ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਹਨਾਂ ਦੀ ਮੌਤ ਦਾ ਬਦਲਾ ਸ਼ਹੀਦ ਭਗਤ ਸਿੰਘ ਜੀ ਦੇ ਵੱਲੋਂ ਲਿਆ ਗਿਆ ਸੀ, ਕਿਸ ਨੂੰ, ਸਾਂਡਰਸ ਨੂੰ ਗੋਲੀ ਮਾਰ ਕੇ। ਸੋ ਇਸ ਤੋਂ ਇਲਾਵਾ 1928 ਦੇ ਵਿੱਚ ਕੀ ਹੁੰਦਾ ਹੈ ਕਿ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਜੋ 1924 ਦੇ ਵਿੱਚ ਬਣੀ ਸੀ, ਉਸਦਾ ਨੇਮ ਚੇਂਜ ਕਰਕੇ ਰੱਖ ਦਿੱਤਾ ਜਾਂਦਾ ਹੈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ। ਕਿਉਂ ਰੱਖਿਆ ਜਾਂਦਾ ਹੈ? ਕਹਿੰਦੇ however revolutionaries were rapidly moving away from individual heroic action toward mass politics। ਹੁੰਦਾ ਕੀ ਹੈ ਕਿ ਹੌਲੀ ਹੌਲੀ 1924 ਤੋਂ ਲੈ ਕੇ 1928 ਤੱਕ ਦੇਖਿਆ ਜਾਂਦਾ ਹੈ ਕਿ ਜੋ ਰੈਵੋਲੂਸ਼ਨਰੀ ਸਨ ਉਹ ਇੰਡੀਵਿਜੂਅਲ ਐਕਟੀਵਿਟੀਜ਼ ਨੂੰ ਛੱਡ ਕੇ ਕਿਸ ਨੂੰ ਪ੍ਰਮੋਟ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀ, ਮਾਸ ਰੈਵੋਲੂਸ਼ਨ ਨੂੰ, ਕਿ ਇੰਡੀਆ ਦੇ ਹਰ ਇੱਕ ਲੋਕਾਂ ਨੂੰ ਇਸ ਰੈਵੋਲੂਸ਼ਨਰੀ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਵਾਇਆ ਜਾਵੇ। ਜਿਸ ਕਰਕੇ ਇਸ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ ਗਿਆ ਸੀ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ। ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨੇਮ ਕਦੋਂ ਚੇਂਜ ਕੀਤਾ ਗਿਆ ਸੀ, ਤਾਂ 1928 ਦੇ ਵਿੱਚ ਕੀਤਾ ਗਿਆ ਸੀ। ਇਸ ਤੋਂ ਇਲਾਵਾ 1929 ਦੀ ਗੱਲ ਕੀਤੀ ਜਾਵੇ ਤਾਂ ਕੁਝ ਆਪਣੇ ਇਹਨਾਂ ਨੇ ਬਿੱਲ ਇੰਟਰੋਡਿਊਸ ਕੀਤੇ ਗਏ ਸੀ ਇਹਨਾਂ ਵੱਲੋਂ, ਬ੍ਰਿਟਿਸ਼ਰਸ ਵੱਲੋਂ। ਟ੍ਰੇਡ ਬਿੱਲ ਹੋ ਗਿਆ ਜਾਂ ਪਬਲਿਕ ਬਿੱਲ ਹੋ ਗਿਆ। ਠੀਕ ਹੈ, ਇਹਨਾਂ ਬਿੱਲਸ ਦੇ ਅਗੇਂਸਟ ਇੰਡੀਅਨਸ ਨੇ ਬੋਲਣ ਦੇ ਲਈ ਜਾਂ ਬੋਲੀਆਂ ਸਰਕਾਰਾਂ ਦੇ ਕੰਨ ਖੋਲਣ ਦੇ ਲਈ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬਖਤੇਸ਼ਵਰ ਦੱਤ ਨੇ ਜਾ ਕੇ ਦਿੱਲੀ ਦੀ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ, ਜੋ ਦਿੱਲੀ ਅਸੈਂਬਲੀ ਬੰਬ ਕੇਸ ਦੇ ਨਾਲ ਬਹੁਤ ਜ਼ਿਆਦਾ ਕੀ ਹੋਈ ਸੀ, ਫੇਮਸ ਹੋਈ ਸੀ। ਐਕਚੁਅਲ ਦੇ ਵਿੱਚ ਜੋ ਉਹ ਬੰਬ ਸੁੱਟਿਆ ਗਿਆ ਸੀ 1929, ਤੁਹਾਨੂੰ ਪਤਾ ਹੋਣਾ ਚਾਹੀਦਾ ਕਦੋਂ ਸੁੱਟਿਆ ਸੀ। ਉਹ ਬੰਬ ਜੋ ਸੁੱਟਿਆ ਗਿਆ ਸੀ ਦਿੱਲੀ ਅਸੈਂਬਲੀ ਦੇ ਵਿੱਚ, ਉਹ ਕਿਸੇ ਨੂੰ ਵੀ ਨੁਕਸਾਨ ਪਹੁੰਚਾਉਣ ਜਾਂ ਕਿਸੇ ਨੂੰ ਹਾਰਮ ਕਰਨ ਦੇ ਲਈ ਨਹੀਂ ਸੀ ਸੁੱਟਿਆ ਗਿਆ। ਉਹ ਜਸਟ ਬੋਲੀਆਂ ਸਰਕਾਰਾਂ ਦੇ ਕੀ ਹੈ, ਕੰਨ ਖੋਲਣ ਦੇ ਲਈ ਸੁੱਟਿਆ ਗਿਆ ਸੀ। ਉਸ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬਖਤੇਸ਼ਵਰ ਦੱਤ ਨੂੰ ਕੀ ਕਰ ਲਿਆ ਗਿਆ ਸੀ, ਅਰੈਸਟ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਚਿੱਟਾਗਾਂਵ ਜੋ ਰੇਡ ਹੋਈ ਸੀ, ਇਹ ਵੀ ਇਸੇ ਟਾਈਮ ਦੇ ਵਿੱਚ ਹੋਈ ਸੀ, 1929 ਦੇ ਟਾਈਮ ਦੇ ਵਿੱਚ, 1930 ਦੇ ਟਾਈਮ ਦੇ ਵਿੱਚ ਹੀ ਹੋਈ ਸੀ। 18 ਅਪ੍ਰੈਲ 1930 ਦੇ ਵਿੱਚ ਸੂਰਿਆ ਸੇਨ ਆਪਣੇ ਫਾਲੋਅਰਸ ਨੂੰ ਲੈ ਕੇ ਉੱਥੋਂ ਤੁਰਿਆ ਸੀ। ਉਹਦੇ ਫਾਲੋਅਰਸ ਦੇ ਵਿੱਚ ਨਾਮ ਕਲਪਨਾ ਦੱਤਾ ਵਿਮਨਸ ਵੀ ਇਨਕਲੂਡਡ ਸੀ ਤੇ ਪ੍ਰਤੀਲਤਾ ਵਡਿਆਰ ਵੀ ਇਨਕਲੂਡਡ ਸੀ। ਸੈਟ ਆਊਟ ਅਟੈਕ ਦਾ ਆਰਮਰੀ, ਇਸ ਨੂੰ ਆਰਮਰੀ ਰੇਡ ਕਿਹਾ ਜਾਂਦਾ ਹੈ, ਆਰਮਰੀ ਇਨ ਚਿੱਟਾਗਾਂਵ ਇਨ ਬੰਗਾਲ। ਬਟ ਇਹਨਾਂ ਨੂੰ ਰਸਤੇ ਦੇ ਵਿੱਚ ਕੀ ਕਰ ਲਿਆ ਗਿਆ ਸੀ, ਅਰੈਸਟ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੀ ਕੀਤਾ, 1934 ਦੇ ਵਿੱਚ ਸੂਰਿਆ ਸੇਨ ਨੂੰ ਹੈਂਗ ਕਰ ਦਿੱਤਾ ਗਿਆ ਸੀ, ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਸੀ। ਸੋ ਇਹ ਜੋ ਮੂਵਮੈਂਟਸ ਜੋ ਮੈਂ ਤੁਹਾਨੂੰ ਕਰਵਾਏ ਨੇ, ਕੇਸਿਸ ਕਰਵਾਏ ਨੇ, ਇਹ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਇਹ ਟਾਈਮ ਪੀਰੀਅਡ ਸੀ 1921 ਤੋਂ ਲੈ ਕੇ 1930 ਦਾ, ਜਿਸ 'ਚ ਇੰਪੋਰਟੈਂਟ ਜੋ ਵੀ ਇਨਸੀਡੈਂਟ ਹੋਏ ਨੇ ਆਪਾਂ ਡਿਸਕਸ ਕਰ ਚੁੱਕੇ ਹਾਂ। ਹੁਣ ਇਸ ਤੋਂ ਬਾਅਦ ਗਾਂਧੀ ਜੀ ਦੀ ਸਿਵਲ ਡਿਸਓਬੀਡੈਂਸ ਮੂਵਮੈਂਟ ਸਟਾਰਟ ਹੁੰਦੀ ਹੈ 1930 ਤੋਂ ਲੈ ਕੇ 1934 ਤੱਕ, ਸਿਵਲ ਡਿਸਓਬੀਡੈਂਸ ਮੂਵਮੈਂਟ। ਸੋ ਤੁਹਾਨੂੰ ਪਤਾ ਹੋਏਗਾ ਕਿ ਸਿਵਲ ਡਿਸਓਬੀਡੈਂਸ ਮੂਵਮੈਂਟ ਹੁੰਦੀ ਕੀ ਹੈ। ਸਿਵਲ ਡਿਸਓਬੀਡੈਂਸ ਮੂਵਮੈਂਟ ਦਾ ਹੁੰਦਾ ਹੈ ਮਤਲਬ ਹੁੰਦਾ ਹੈ, ਮੀਨਿੰਗ ਹੁੰਦਾ ਹੈ ਕਿ ਅਗਰ ਤੁਹਾਨੂੰ ਸਰਕਾਰ ਦਾ ਕੋਈ ਲਾਅ ਪਸੰਦ ਨਹੀਂ ਆ ਰਿਹਾ, ਉਸਨੂੰ ਕੀ ਕਰ ਦਿਓ, ਰਿਫਿਊਜ਼ ਕਰ ਦਿਓ, ਉਸਨੂੰ ਮੰਨਣ ਤੋਂ ਮਨਾ ਕਰਨਾ। ਸੋ ਇਹ ਸਿਵਲ ਡਿਸਓਬੀਡੈਂਸ ਮੂਵਮੈਂਟ ਗਾਂਧੀ ਜੀ ਨੇ ਕਿੱਥੇ ਯੂਜ਼ ਕੀਤੀ ਸੀ, ਸਾਊਥ ਅਫਰੀਕਾ ਦੇ ਵਿੱਚ ਵੀ ਯੂਜ਼ ਕੀਤੀ ਸੀ, ਜੋ ਰਜਿਸਟ੍ਰੇਸ਼ਨ ਬਿੱਲ ਆਇਆ ਸੀ ਉਸ ਦੇ ਅਗੇਂਸਟ।
ਸੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਇੰਡੀਆ ਵਿੱਚ 1930 ਤੋਂ ਸਟਾਰਟ ਹੁੰਦੀ ਹੈ ਤੇ ਟਿਲ 1934 ਤੱਕ ਚੱਲਦੀ ਰਹਿੰਦੀ ਹੈ। ਜੇ ਗੱਲ ਕੀਤੀ ਜਾਵੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ, ਇੱਥੇ ਹੀ ਟਾਈਮ ਪੀਰੀਅਡ ਜਦੋਂ ਇਰਵਿਨ ਪੈਕਟ ਵੀ ਸਾਈਨ ਹੋਣਾ ਹੈ, ਰਾਊਂਡ ਟੇਬਲ ਕਾਨਫਰੰਸਿਸ ਵੀ ਸਟਾਰਟ ਹੋ ਗਈਆਂ ਨੇ, ਅੱਗੇ ਫਰਦਰ ਆਪਾਂ ਪੜਾਂਗੇ ਉਹਨਾਂ ਨੂੰ, ਠੀਕ ਹੈ ਜੀ। ਸੋ ਗਾਂਧੀ ਜੀ ਦੀਆਂ ਸਾਰੀਆਂ ਮੂਵਮੈਂਟ ਤੁਹਾਨੂੰ ਬਾਏ ਹਾਰਟ ਯਾਦ ਹੋਣੀਆਂ ਚਾਹੀਦੀਆਂ ਨੇ, ਤੁਹਾਨੂੰ ਕੀ ਹੋਣੀਆਂ ਚਾਹੀਦੀਆਂ, ਟਿਪਸ ਤੇ ਹੋਣੀਆਂ ਚਾਹੀਦੀਆਂ। ਦੇਖੋ ਜਦੋਂ ਗਾਂਧੀ ਜੀ ਇੰਡੀਆ ਦੇ ਵਿੱਚ 9 ਜਨਵਰੀ 1915 ਨੂੰ ਇੰਡੀਆ ਦੇ ਵਿੱਚ ਆਉਂਦੇ ਨੇ, ਜਿਸ ਨੂੰ NRI ਦਿਵਸ ਮਨਾਇਆ ਜਾਂਦਾ। ਸਭ ਤੋਂ ਪਹਿਲਾਂ ਆ ਕੇ ਉਹ ਪਹਿਲਾ ਸੱਤਿਆਗ੍ਰਹਿ ਕਰਦੇ ਨੇ 1917 ਦੇ ਵਿੱਚ, ਚੰਪਾਰਨ ਦਾ ਸੱਤਿਆਗ੍ਰਹਿ ਕੀਤਾ ਜਾਂਦਾ ਹੈ। 1918 ਦੇ ਵਿੱਚ ਉਹਨਾਂ ਨੇ ਕੀ ਕੀਤਾ, ਅਹਿਮਦਾਬਾਦ ਮਿਲ ਸਟ੍ਰਾਈਕ ਕੀਤੀ। 1918 ਦੇ ਵਿੱਚ ਉਹਨੇ ਖੇੜਾ ਸੱਤਿਆਗ੍ਰਹਿ ਕੀਤਾ ਸੀ। ਦੈਨ ਉਹਨਾਂ ਨੇ 1921 ਦੇ ਵਿੱਚ ਕੀ ਕੀਤਾ ਸੀ, ਨਾਨ ਕੋਆਪਰੇਸ਼ਨ ਮੂਵਮੈਂਟ ਸਟਾਰਟ ਕੀਤੀ ਸੀ। 1922 ਦੇ ਵਿੱਚ ਇਸ ਨੂੰ ਖਤਮ ਕਰਤਾ ਸੀ, ਨਾਨ ਕੋਆਪਰੇਸ਼ਨ ਮੂਵਮੈਂਟ ਨੂੰ। ਦੈਨ ਫਰਦਰ ਉਹਨਾਂ ਨੇ 1930 ਦੇ ਵਿੱਚ ਕੀ ਕੀਤਾ ਸੀ, ਸਟਾਰਟ ਕੀਤਾ ਸੀ ਸਾਡਾ ਨਾਨ ਕੋਆਪਰੇਸ਼ਨ ਮੂਵਮੈਂਟ, ਸੌਰੀ ਸਿਵਲ ਡਿਸਓਬੀਡੀਐਂਸ ਮੂਵਮੈਂਟ। ਸੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਸਟਾਰਟ ਹੁੰਦੀ ਹੈ 1930 ਨੂੰ, ਕਿਸ ਦੇ ਨਾਲ, ਡਾਂਡੀ ਮਾਰਚ ਦੇ ਨਾਲ। ਸੋ ਇਹੀ ਟਾਈਮ ਪੀਰੀਅਡ ਸੀ ਜਦੋਂ ਰਾਊਂਡ ਟੇਬਲ ਕਾਨਫਰੰਸ ਵੀ ਚੱਲ ਰਹੀਆਂ ਸੀ। ਪਹਿਲੀ ਰਾਊਂਡ ਟੇਬਲ ਕਾਨਫਰੰਸ ਸਾਡੀ ਹੁੰਦੀ ਕਦੋਂ ਹੈ, 1930 ਦੇ ਵਿੱਚ ਹੁੰਦੀ ਹੈ, ਜਿਸ ਨੂੰ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਗਾਂਧੀ ਜੀ ਵੱਲੋਂ। ਫਿਰ ਉਸ ਤੋਂ ਬਾਅਦ 1931 ਦੇ ਵਿੱਚ ਕੀ ਹੁੰਦਾ ਹੈ, ਇਰਵਿਨ ਪੈਕਟ ਸਾਈਨ ਹੁੰਦਾ ਹੈ, ਤੇ ਇਰਵਿਨ ਪੈਕਟ ਤੋਂ ਬਾਅਦ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟਿਸਿਪੇਟ ਕਰਦੀ ਹੈ, ਬਟ ਉੱਥੋਂ ਵੀ ਗਾਂਧੀ ਜੀ ਗੁੱਸੇ ਹੋ ਕੇ ਵਾਪਿਸ ਆ ਜਾਂਦੇ ਆ। ਤੀਸਰੀ ਰਾਊਂਡ ਟੇਬਲ ਕਾਨਫਰੰਸ 1932 ਦੇ ਵਿੱਚ ਹੁੰਦੀ ਹੈ। ਸੋ ਆਪਾਂ ਫਸਟਲੀ ਆਪਾਂ ਗੱਲ ਕਰਦੇ ਹਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੀ, ਕਿ ਸਿਵਲ ਡਿਸਓਬੀਡੀਐਂਸ ਮੂਵਮੈਂਟ 1930 ਦੇ ਵਿੱਚ ਗਾਂਧੀ ਜੀ ਵੱਲੋਂ ਸਟਾਰਟ ਕੀਤੀ ਗਈ ਸੀ, ਕਿਸ ਮੂਵਮੈਂਟ ਦੇ ਨਾਲ, ਡਾਂਡੀ ਮਾਰਚ ਦੇ ਨਾਲ। ਹੁਣ ਇਹ ਡਾਂਡੀ ਮਾਰਚ ਹੈ ਕੀ ਸੀ, ਡਾਂਡੀ ਮਾਰਚ ਦੇ ਵਿੱਚ ਕਿਹੜਾ ਲਾਅ ਸੀ ਜਿਸ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਲੋਂ? ਇਹ ਸੀ ਸਾਲਟ ਲਾਅ। ਜੋ ਸਾਲਟ ਕਲੈਕਟ ਕਰਨ ਦੇ ਉੱਤੇ ਇੰਡੀਅਨਸ ਦੇ ਉੱਤੇ ਟੈਕਸ ਲਗਾਇਆ ਜਾਂਦਾ ਸੀ, ਉਸ ਟੈਕਸ ਨੂੰ ਖਤਮ ਕਰਨ ਦੇ ਲਈ ਇਸ ਮੂਵਮੈਂਟ ਨੂੰ ਸਟਾਰਟ ਕੀਤਾ ਗਿਆ ਸੀ ਗਾਂਧੀ ਜੀ ਵੱਲੋਂ। ਤੇ ਉਹਨਾਂ ਨੇ ਡਾਂਡੀ ਮਾਰਚ ਸਟਾਰਟ ਕੀਤੀ ਗਈ ਸੀ ਉਹਨਾਂ ਦੇ ਵੱਲੋਂ, ਸਾਬਰਮਤੀ ਆਸ਼ਰਮ ਤੋਂ ਉਹਨਾਂ ਨੇ ਪੈਦਲ ਯਾਤਰਾ ਸਟਾਰਟ ਕੀਤੀ ਸੀ 78 ਡੈਲੀਗੇਟਸ ਦੇ ਨਾਲ, ਜਿੱਥੇ ਉਹਨਾਂ ਦੇ ਨਾਲ ਸਰੋਜਨੀ ਨੈਡੂ ਵੀ ਸਨ। ਸੋ ਇਹ ਜੋ ਯਾਤਰਾ ਸੀ ਉਹਨਾਂ ਨੇ 12 ਮਾਰਚ 1930 ਨੂੰ ਸਟਾਰਟ ਕੀਤੀ ਸੀ, ਤੇ 6 ਅਪ੍ਰੈਲ ਨੂੰ ਉਹ ਸਾਬਰਮਤੀ ਤੋਂ ਕਿੱਥੇ ਪਹੁੰਚੇ ਸਨ, ਡਾਂਡੀ ਪਹੁੰਚੇ ਸਨ। 6 ਅਪ੍ਰੈਲ ਨੂੰ ਜਦੋਂ ਉਹ ਡਾਂਡੀ ਪਹੁੰਚੇ ਤਾਂ 7 ਅਪ੍ਰੈਲ ਨੂੰ ਜਾ ਕੇ ਉਹਨਾਂ ਨੇ ਗੁਜਰਾਤ ਦੇ ਵਿੱਚ, ਡਾਂਡੀ ਇੱਕ ਰੀਜਨ ਹੈ, ਉੱਥੇ ਜਾ ਕੇ ਸਮੁੰਦਰ ਦੇ ਕੰਢੇ ਜਾ ਕੇ ਉਹਨਾਂ ਨੇ ਨਮਕ ਨੂੰ ਚੱਕਿਆ ਸੀ, ਕਿਉਂਕਿ ਉਸ ਸਮੇਂ ਇੰਡੀਅਨਸ ਨੂੰ ਬਿਨਾਂ ਟੈਕਸ ਦਿੱਤੇ ਨਮਕ ਨੂੰ ਹੱਥ ਲਗਾਉਣ ਦੀ ਪਰਮਿਸ਼ਨ ਨਹੀਂ ਸੀ। ਸੋ ਗਾਂਧੀ ਜੀ ਨੇ ਉਸ ਨੂੰ ਨਮਕ ਨੂੰ ਚੱਕਿਆ ਤੇ ਉਸ ਲਾਅ ਨੂੰ ਅਬੋਲਿਸ਼, ਉਸ ਲਾਅ ਨੂੰ ਮੰਨਣ ਤੋਂ ਕੀਤਾ ਕਿ ਅਸੀਂ ਤੁਹਾਡੀ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ, ਅਸੀਂ ਇਸ ਲਾਅ ਨੂੰ ਬਿਲਕੁਲ ਵੀ ਨਹੀਂ ਮੰਨਦੇ। ਸੋ ਇਹ ਸੀ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ, ਜਿੱਥੋਂ ਸਟਾਰਟ ਹੁੰਦੀ ਹੈ। ਸੋ ਦੇਖੋ ਕਹਿੰਦੇ ਡਾਂਡੀ ਮਾਰਚ ਆਲਸੋ ਨੋਨ ਐਜ਼ ਅ ਸਾਲਟ ਮਾਰਚ, ਡਾਂਡੀ ਮਾਰਚ ਨੂੰ ਸਾਲਟ ਮਾਰਚ ਵੀ ਕਿਹਾ ਜਾਂਦਾ ਹੈ। And Dandi Satyagraha was an act of non-violent civil disobedience led by Mahatma Gandhi. So ਤੁਹਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਉਹ ਵੀ ਇੱਕ ਨਾਨ ਵਾਇਲੈਂਟ ਮੂਵਮੈਂਟ ਸੀ ਜੋ ਗਾਂਧੀ ਵੱਲੋਂ ਸਟਾਰਟ ਕੀਤੀ ਗਈ ਸੀ। 12 ਮਾਰਚ 1930 ਨੂੰ ਇਹ ਯਾਤਰਾ ਮਾਰਚ ਜੋ ਸਟਾਰਟ ਕੀਤੀ ਗਈ ਸੀ, ਕਿਸ ਦੇ ਨਾਲ, ਤੇ 6 ਅਪ੍ਰੈਲ ਨੂੰ ਇਹ ਪਹੁੰਚੇ ਸਨ। ਸਾਬਰਮਤੀ ਤੋਂ ਸਟਾਰਟ ਹੋਈ ਸੀ, ਡਾਂਡੀ ਤੱਕ ਗਏ ਸਨ। ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਗਾਂਧੀ ਜੀ ਦੇ 78 ਫਾਲੋਅਰ ਸੀ ਜੋ ਗਾਂਧੀ ਜੀ ਦੇ ਨਾਲ ਪੈਦਲ ਗਏ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਮੇਲ ਸੀ, ਫੀਮੇਲ ਸੀ, ਉਹ ਕੌਣ ਸਨ, ਸਰੋਜਨੀ ਨੈਡੂ ਸਨ। At Dandi, 1000 more followed his lead, and in the coastal cities of Bombay and Karachi, Indian nationalists led crowds, citizens making salt. ਕਹਿੰਦੇ ਜਦੋਂ ਗਾਂਧੀ ਜੀ ਉੱਥੇ ਪਹੁੰਚੇ, ਡਾਂਡੀ ਪਹੁੰਚੇ, ਤੇ ਉੱਥੇ ਉਸ ਤੋਂ ਇਲਾਵਾ ਗਾਂਧੀ ਜੀ ਦੇ ਨਾਲ ਹੋਰ ਬਹੁਤ ਸਾਰੇ ਹਜ਼ਾਰਾਂ ਚ ਉਹਨਾਂ ਦੇ ਫਾਲੋਅਰਸ ਉਹਨਾਂ ਦੇ ਨਾਲ ਜੁੜੇ। ਸਿਵਲ ਡਿਸਓਬੀਡੀਐਂਸ ਬ੍ਰੋਕ ਆਊਟ ਆਲ ਅਕ੍ਰੋਸ ਇੰਡੀਆ। ਕਹਿੰਦੇ ਜਿਹੜੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਇਹ ਪੂਰੇ ਭਾਰਤ ਦੇ ਵਿੱਚ ਫੈਲ ਚੁੱਕੀ ਸੀ। ਸੂਨ ਇਨਵੋਲਵਿੰਗ ਮਿਲੀਅਨਸ ਆਫ ਇੰਡੀਅਨਸ ਐਂਡ ਬ੍ਰਿਟਿਸ਼ ਅਥਾਰਟੀਜ਼ ਅਰੈਸਟਡ ਮੋਰ ਦੈਨ ਦੈਟ 60,000 ਪੀਪਲ। ਕਹਿੰਦੇ ਇਹ ਜਿਹੜੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀ ਇਹ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕੀ ਸੀ। ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਮਹਾਤਮਾ ਗਾਂਧੀ ਜੀ ਦੇ ਨਾਲ ਜੁੜੇ ਸਨ, ਤੇ ਬ੍ਰਿਟਿਸ਼ਰਸ ਨੇ 60,000 ਦੇ ਕਰੀਬ
ਜਿਹੜੇ ਇੰਡੀਅਨ ਸਨ ਇਸ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। Gandhi ji himself was arrested on 5th May, but the satyagrah continued without him. ਕਹਿੰਦੇ ਈਵਨ ਕਿ ਗਾਂਧੀ ਜੀ ਨੂੰ ਵੀ 5 ਮਈ ਨੂੰ ਇਸ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਅੰਡਰ ਅਰੈਸਟ ਕਰ ਲਿਆ ਗਿਆ ਸੀ, ਬਟ ਉਹਨਾਂ ਤੋਂ ਬਿਨਾਂ ਵੀ ਇਸ ਮੂਵਮੈਂਟ ਨੂੰ ਕੀ ਕੀਤਾ ਗਿਆ ਸੀ, ਕੰਟੀਨਿਊ ਰੱਖਿਆ ਗਿਆ ਸੀ। ਸੋ ਇਹ ਸੀ ਸਾਡੇ ਇੰਪੋਰਟੈਂਟ ਜਿਹੜੇ ਇੰਸੀਡੈਂਟ ਹੋਏ ਨੇ ਰੈਵੋਲੂਸ਼ਨਰੀਜ਼ ਦੇ ਸੈਕਿੰਡ ਫੇਜ਼ ਦੇ ਅੰਡਰ, ਤੇ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ। ਹੁਣ ਇਸ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਚੱਲਦਿਆਂ ਰਾਊਂਡ ਟੇਬਲ ਕਾਨਫਰੰਸਿਸ ਵੀ ਹੋਈਆਂ ਸੀ, ਜਾਂ ਇਸ ਤੋਂ ਇਲਾਵਾ ਇਰਵਿਨ ਪੈਕਟ ਵੀ ਸਾਈਨ ਕੀਤਾ ਗਿਆ ਸੀ। ਸੋ ਉਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਹੋਪਫੁਲੀ ਤੁਹਾਨੂੰ ਲੈਕਚਰ ਸਮਝ ਆਇਆ ਹੋਏਗਾ। ਸੋ ਵੱਧ ਤੋਂ ਵੱਧ ਲੈਕਚਰ ਨੂੰ ਸ਼ੇਅਰ ਕਰਨਾ ਐਂਡ ਲਾਈਕ ਕਰਨਾ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।